Good morning, students. Today we will start our new chapter, that is chapter number 16, environmental issues. Right? ਬੇਟਾ ਇਹ ਤੁਸੀਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਵੀ ਇਹ ਚੈਪਟਰਸ ਨੂੰ ਬਹੁਤ ਵਾਰ ਇਹਦੇ ਨਾਲ ਰਿਲੇਟਡ ਚੈਪਟਰ ਪੜ੍ਹੇ ਹੋਣਗੇ। ਸਪੈਸ਼ਲੀ ਇਹਦੇ ਵਿੱਚ ਫਰਸਟ ਜਿਹੜੀ ਇੰਪੋਰਟੈਂਟ ਡੈਫੀਨੇਸ਼ਨ ਹੈ ਉਹ ਹੈ pollution. What do you mean by pollution? So please underline this. Pollution is any undesirable change. I will highlight this one. So it is given over here, right? Pollution is any undesirable change in physical, chemical, biological characteristic of air, land, water or soil, right? ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਅਨਡਿਜ਼ਾਇਰੇਬਲ ਚੇਂਜ ਸਾਡੇ ਫਿਜ਼ੀਕਲੀ ਕੈਮੀਕਲੀ ਬਾਇਓਲੋਜੀਕਲੀ ਸਾਡੀ 에ਅਰ ਦੇ ਵਿੱਚ ਲੈਂਡ ਦੇ ਵਿੱਚ ਵਾਟਰ ਦੇ ਵਿੱਚ ਸੋਇਲ ਦੇ ਵਿੱਚ ਹੋ ਜਵੇ ਦੈਟ ਇਜ਼ ਨੋਨ ਐਜ਼ ਅ ਪੋਲਿਊਸ਼ਨ। ਪੋਲਿਊਸ਼ਨ ਕਿਹਦੇ ਕਰਕੇ ਹੋ ਰਿਹਾ ਹੈਗਾ? ਪੋਲਿਊਟੈਂਟਸ ਕਰਕੇ ਹੋ ਰਿਹਾ। ਸੋ ਨੈਕਸਟ ਇੰਪੋਰਟੈਂਟ ਟਰਮ ਇਜ਼ pollutants. Pollutants ਕੀ ਨੇ? Agents that bring about such an undesirable change are called pollutants, right? ਜਿਨ੍ਹਾਂ ਕਰਕੇ ਉਹ ਚੇਂਜ ਆਉਂਦੀ ਹੈ ਉਹ ਸਾਰੇ ਏਜੰਟਸ, ਚਾਹੇ ਉਹ ਪੋਇਜ਼ਨਸ ਗੈਸ ਹੋਵੇ, ਚਾਹੇ ਉਹ ਡਸਟ ਪਾਰਟੀਕਲਸ ਨੇ, ਐਨੀਥਿੰਗ ਗਾਰਬੇਜ ਹੈ, ਕੁਛ ਵੀ ਹੈ, all those are known as pollutants. Next important ਬੱਚੇ ਅੰਡਰਲਾਈਨ ਕਰੋ, Environment Protection Act that is given in 1986, ਜਿਹਦੇ ਅਕੋਰਡਿੰਗ ਕਿ ਸਾਡਾ ਜੋ ਵੀ ਇਨਵਾਇਰਮੈਂਟ ਏਅਰ ਹੈ, ਵਾਟਰ ਹੈ, ਸੋਇਲ ਹੈ, ਉਹਨੂੰ ਅਸੀਂ ਪ੍ਰੋਟੈਕਟ ਕਰਨਾ, ਉਹਦੀ ਕੁਆਲਿਟੀ ਨੂੰ ਅਸੀਂ ਇੰਪਰੂਵ ਕਰਨਾ, ਰਾਈਟ? ਨੈਕਸਟ ਕਮ ਟੂ ਦ ਨੈਕਸਟ ਪੈਰਾਗ੍ਰਾਫ, ਦੈਟ ਇਜ਼ ਏਅਰ ਪੋਲਿਊਸ਼ਨ ਐਂਡ ਇਟਸ ਕੰਟਰੋਲ। ਏਅਰ ਪੋਲਿਊਸ਼ਨ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਐਨਵਾਇਰਨਮੈਂਟ ਦੇ ਵਿੱਚ ਬਹੁਤ ਜ਼ਿਆਦਾ ਪੋਲਿਊਸ਼ਨ ਹੋ ਚੁੱਕਿਆ। ਸੋ ਮੇਨ ਕੰਸਰਨ ਕੀ ਹੈ ਕਿ ਉਹਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਬੇਟਾ ਤੁਹਾਡੀ ਬੁੱਕ ਦੇ ਵਿੱਚ ਜਿਹੜੀਆਂ ਦੋ ਮੇਨ ਵੇਜ਼ ਦਿੱਤੇ ਹੋਏ ਨੇ, ਦ ਫਸਟ ਵਨ ਇਜ਼ ਦ ਸਕਰਬਰ ਵੇ, ਦ ਸੈਕੰਡ ਵਨ ਇਜ਼ ਦ ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰ, ਰਾਈਟ? ਸੋ ਲੈਟ ਅਸ ਡਿਸਕਸ ਦ ਫਸਟ ਵਨ, ਸਕਰਬਰ। ਹਾਂਜੀ ਬੇਟਾ, ਜਿਹੜਾ ਸਕਰਬਰ ਮੈਥਡ ਹੈ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਸਾਈਡ ਤੋਂ ਡਰਟੀ ਏਅਰ ਆ ਰਹੀ ਆ, ਰਾਈਟ? ਲੈਟ ਮੀ ਅੰਡਰਲਾਈਨ ਦਿਸ ਵਨ। ਇੱਕ ਸਾਈਡ ਤੋਂ ਡਰਟੀ ਏਅਰ ਆ ਰਹੀ ਆ। ਡਰਟੀ ਏਅਰ ਜਦੋਂ ਅਪਵਰਡ ਜਾਂਦੀ ਹੈ ਤਾਂ ਅਪਰ ਸਾਈਡ ਤੋਂ ਵਾਟਰ ਲਾਈਮ ਸਪਰੇ ਇਹਦੇ ਤੇ ਕੀਤਾ ਜਾਂਦਾ, ਜਿਸ ਨਾਲ ਇਹਦੇ ਜਿਹੜੇ ਡਸਟ ਪਾਰਟੀਕਲਸ ਨੇ ਸੈਟਲ ਡਾਊਨ ਹੋ ਜਾਂਦੇ ਨੇ ਤੇ ਕਲੀਨ ਏਅਰ ਬਾਹਰ ਨਿਕਲਦੀ ਆ। ਜਿਵੇਂ ਤੁਸੀਂ ਦਿੱਲੀ ਵਗੈਰਾ 'ਚ ਦੇਖਿਆ ਕਿ ਉੱਥੇ ਆਰਟੀਫਿਸ਼ੀਅਲ ਰੇਨ ਕਰਦੇ ਨੇ, ਉਹਦੇ ਨਾਲ ਕੀ ਕਰਦੇ ਨੇ, ਡਸਟ ਪਾਰਟੀਕਲਸ ਨੂੰ ਸੈਟਲ ਡਾਊਨ ਕਰ ਦਿੰਦੇ ਨੇ, ਤਾਂ ਫਰੈਸ਼ ਏਅਰ ਥੋੜ੍ਹੀ ਜਿਹੀ ਉੱਥੇ ਹੋ ਜਾਂਦੀ ਹੈ ਐਨਵਾਇਰਨਮੈਂਟ ਦੇ ਵਿੱਚ, ਰਾਈਟ? ਇਨ ਅ ਸੈਕਿੰਡ ਇਹਦੇ ਵਿੱਚ ਅਸੀਂ ਮੈਥਡ ਦੇਖ ਰਹੇ ਹਾਂ, that is electrostatic precipitator. Beta try to chunk the word, right? Electrostatic ਦਾ ਮਤਲਬ ਇਲੈਕਟ੍ਰਿਸਿਟੀ ਦੀ ਮਦਦ ਦੇ ਨਾਲ ਕੁਝ ਪ੍ਰੈਸੀਪੀਟੇਟਸ ਬਣਾਏ ਜਾ ਰਹੇ ਨੇ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰ, ਰਾਈਟ? ਇੱਥੇ ਤੁਸੀਂ ਦੇਖੋ ਡਰਟੀ ਏਅਰ ਆ ਰਹੀ ਆ, ਡਰਟੀ ਏਅਰ ਜਿਹੜੀ ਇੱਥੇ ਸ਼ੋ ਕੀਤੀ ਹੋਈ ਆ, ਲੈਟ ਮੀ ਐਕਸਪਲੇਨ ਇਟ ਓਵਰ ਹੇਅਰ। ਡਰਟੀ ਏਅਰ ਦੇ ਵਿੱਚ ਡਸਟ ਪਾਰਟੀਕਲਸ ਨੇ ਜਦੋਂ ਵਾਇਰਸ ਦੇ ਨੇੜੇ ਆਉਂਦੇ ਨੇ ਤਾਂ ਇਹ ਨੈਗੇਟਿਵਲੀ ਚਾਰਜ ਹੋ ਜਾਂਦੇ ਨੇ। ਲੇਟਰ ਔਨ ਇੱਥੇ ਤੁਸੀਂ ਦੇਖੋ ਕਲੈਕਸ਼ਨ ਪਲੇਟਸ ਲਗਾਈਆਂ ਹੋਈਆਂ ਨੇ, ਜਿਹੜੀਆਂ ਤੁਹਾਨੂੰ ਬਲੈਕ ਕਲਰ ਦੀਆਂ ਲਾਈਨਸ ਨਜ਼ਰ ਆ ਰਹੀਆਂ ਨੇ। ਜਦੋਂ ਇਹ ਜਿਹੜੇ ਨੈਗੇਟਿਵਲੀ ਚਾਰਜਡ ਡਸਟ ਪਾਰਟੀਕਲ ਇਹਨਾਂ ਪਲੇਟਸ ਤੋਂ ਗੁਜ਼ਰਨਗੇ, ਇਹਨਾਂ ਨੂੰ ਬੇਟਾ ਅਸੀਂ ਕੀ ਬੋਲਣਾ ਹੈਗਾ? ਕਰੋਨਾ, ਡਿਸਚਾਰਜ ਕਰੋਨਾ ਕਹਾਂਗੇ ਜਦੋਂ ਡਸਟ ਪਾਰਟੀਕਲ ਤੇ ਚਾਰਜ ਆ ਜਾਊਗਾ ਨੈਗੇਟਿਵ। ਜਦੋਂ ਇਹ ਪਲੇਟਸ ਦੇ ਗੋ ਥਰੂ ਹੋਣਗੇ ਤਾਂ ਇਹ ਪਲੇਟ ਦੇ ਨਾਲ ਅਟੈਚ ਹੋ ਜਾਣਗੇ ਡਸਟ ਪਾਰਟੀਕਲਸ ਤੇ ਕਲੀਨ ਏਅਰ ਬਾਹਰ ਨਿਕਲ ਜੂਗੀ, ਰਾਈਟ? ਸੋ ਦਿਸ ਇਜ਼ ਦ ਸੈਕੰਡ ਵੇ ਵਿਚ ਇਜ਼ ਗਿਵਨ ਇਨ ਯੋਰ NCERT. ਇਸ ਤੋਂ ਅਗਲਾ ਇੰਪੋਰਟੈਂਟ ਜਿਹੜੀ ਹੈ, ਤੁਸੀਂ ਸਾਰਾ ਚੈਪਟਰ ਰੀਡ ਕਰਨਾ, ਬਟ ਮੈਂ ਤੁਹਾਨੂੰ ਥੋੜੇ ਜਿਹੇ ਹਾਈਲਾਈਟ ਕਰ ਰਹੀ ਹਾਂ ਕੁਝ ਇੰਪੋਰਟੈਂਟ ਪੁਆਇੰਟਸ ਜਿਹੜੇ ਤੁਸੀਂ ਸਪੈਸ਼ਲੀ ਗੋ ਥਰੂ ਹੋਣਾ ਜਿਨ੍ਹਾਂ ਦੇ। Next thing is the CPCB. So it is given over here, CPCB. So what do you mean by CPCB? This is Central Pollution Control Board. ਬੇਟਾ ਐਨਵਾਇਰਨਮੈਂਟ ਨੂੰ ਕੰਟਰੋਲ ਕਰਨ ਲਈ, ਉਹਦੀ ਕੁਆਲਿਟੀ ਨੂੰ ਅੱਛਾ ਕਰਨ ਦੇ ਲਈ ਜਾਂ ਉਹਦਾ ਰੈਕਡ ਰੱਖਣ ਦੇ ਲਈ ਕਿ ਕਿਸੇ ਸਿਟੀ ਦੇ ਵਿੱਚ ਕਿੰਨਾ ਪੋਲਿਊਸ਼ਨ ਹੋ ਰਿਹਾ,
ਜਿਹੜੀ ਆ ਬੋਡੀ ਬਣੀ that is known as the Central Pollution Control Board, right? ਇਹਨਾਂ ਨੇ ਸਾਨੂੰ ਕੀ ਦੱਸਿਆ? they tell us that ਕਿ ਅਗਰ ਪਾਰਟੀਕੂਲੇਟਸ ਜਿਹੜੇ ਡਸਟ ਪਾਰਟੀਕਲਸ ਨੇ ਏਅਰ ਨੂੰ ਪੋਲਿਊਟ ਕਰ ਰਹੇ ਨੇ, ਅਗਰ ਉਹ 2.5 ਮਾਈਕਰੋਮੀਟਰ ਤੋਂ ਲੈਸ ਡਾਇਆਮੀਟਰ ਦੇ ਹੋਣ, ਮਨੇ ਬਹੁਤ ਛੋਟੇ ਹੋਣਗੇ, ਤਾਂ ਈਜ਼ੀਲੀ ਇਨਹੇਲ ਹੋ ਜਾਣਗੇ ਸਾਡੇ ਅੰਦਰ। ਈਜ਼ੀਲੀ ਇਨਹੇਲ ਹੋ ਗਏ ਤਾਂ ਸਾਡੇ ਲੰਗਸ ਤੱਕ ਜਾਣਗੇ, ਲੰਗਸ ਤੱਕ ਜਾਣਗੇ ਤਾਂ ਸਾਨੂੰ ਰੈਸਪੀਰੇਟਰੀ ਪ੍ਰੋਬਲਮਸ ਕ੍ਰੀਏਟ ਕਰਨਗੇ, ਜਿਸ ਨਾਲ ਸਾਡੀਆਂ ਲੰਗਸ ਡੈਮੇਜ ਹੋ ਸਕਦੀਆਂ ਨੇ, ਈਵਨ ਪ੍ਰੀ ਮੈਚੁਰ ਡੈਥ ਵੀ ਹੋ ਸਕਦੀ ਆ। ਸੋ ਜਿਹੜੇ ਹਵਾ ਦੇ ਵਿੱਚ ਸਸਪੈਂਡਡ ਪਾਰਟੀਕਲਸ ਹੁੰਦੇ ਨੇ, ਉਹਨਾਂ ਦਾ ਅਗਰ ਸਾਈਜ਼ 2.5 ਮਾਈਕਰੋਮੀਟਰ ਤੋਂ ਛੋਟਾ ਹੋ ਜਾਵੇ, that is very very dangerous for our health, right? ਨੈਕਸਟ ਅਸੀਂ ਦੇਖਦੇ ਹਾਂ ਕਿ ਮੇਜਰ ਕਾਜ਼ ਕੀ ਹੈ ਸਾਡੇ ਐਟਮੋਸਫੀਅਰ ਦੇ ਵਿੱਚ। ਅਗਰ ਅਸੀਂ ਦੇਖੀਏ what is the major cause of air pollution, ਉਹ ਕੀ ਨੇ ਬੇਟਾ? ਆਟੋਮੋਬਾਈਲਸ। ਸਾਡੇ ਜਿਹੜੇ ਆਟੋਮੋਬਾਈਲਸ ਨੇ, ਵਹੀਕਲਸ ਨੇ, ਉਹ ਮੇਜਰ ਕਾਜ਼ ਨੇ। ਜੇ ਅਸੀਂ ਦਿੱਲੀ ਦੀ ਉਹ ਗੱਲ ਕਰੀਏ, ਇੱਕ ਪਿੱਛੇ ਜਿਹਾ ਸਰਵੇ ਹੋਇਆ ਸੀ, ਅਕੋਰਡਿੰਗ ਟੂ ਦੈਟ ਦਿੱਲੀ ਇਜ਼ ਦ ਮੋਸਟ ਪੋਲਿਊਟਿਡ ਸਿਟੀ ਇਨ ਦ ਵਰਲਡ, 4th ਨੰਬਰ ਤੇ ਆਇਆ ਦਿੱਲੀ, ਰਾਈਟ? ਤਾਂ ਉੱਥੇ ਜਿਹੜਾ ਮੇਨ ਰੀਜ਼ਨ ਕੀ ਹੈ, ਉੱਥੇ ਬਹੁਤ ਸਾਰੇ ਵਹੀਕਲਸ ਨੇ। ਸਾਡੀਆਂ 2-3 ਸਟੇਟਸ ਨੂੰ ਮਿਲਾ ਕੇ ਜਿੰਨੇ ਵਹੀਕਲਸ ਨੇ, ਉਹ ਇਕੱਲੇ ਦਿੱਲੀ ਦੇ ਵਿੱਚ ਹੀ ਪਾਏ ਜਾਂਦੇ ਨੇ। ਤਾਂ ਗਵਰਨਮੈਂਟ ਨੇ ਸੋਚਿਆ ਕਿ ਹੁਣ ਇੱਥੇ ਕੀਤਾ ਕੀ ਜਾਵੇ, ਉਹਦੇ ਲਈ ਕੁਝ ਵੇ ਆਊਟਸ ਵੀ ਇਹਨਾਂ ਨੇ ਨਿਕਾਲੇ। ਤਾਂ ਨੈਕਸਟ ਜਿਹੜਾ ਤੁਸੀਂ ਦੇਖੋਗੇ ਕੇਸ ਸਟੱਡੀ ਹੈਗੀ ਹੈ ਜਿਹੜੀ ਕੰਟਰੋਲਿੰਗ ਵਹੀਕੂਲਰ ਏਅਰ ਪੋਲਿਊਸ਼ਨ। ਤਾਂ ਇਹਨਾਂ ਨੇ ਕੇਸ ਸਟੱਡੀ ਦਿੱਲੀ ਦੀ ਕੀਤੀ। ਉਹਦੇ ਅੰਡਰ ਕੀ ਦੇਖਿਆ ਗਿਆ ਕਿ ਇੱਥੇ ਏਅਰ ਪੋਲਿਊਸ਼ਨ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ, ਕਿ ਪਬਲਿਕ ਟਰਾਂਸਪੋਰਟ ਆ ਜਿਹੜੀ, ਐਟਲੀਸਟ ਉਹਦੇ ਵਿੱਚ ਇਹੋ ਜਿਹਾ ਫਿਊਲ ਯੂਜ਼ ਕੀਤਾ ਜਾਏ ਜਿਹੜਾ ਕਿ एनवायरमेंट ਲਈ ਇਕੋ ਫ੍ਰੈਂਡਲੀ ਹੋਵੇ, ਰਾਈਟ? ਐਂਡ ਓਬਵੀਅਸਲੀ ਸਸਤਾ ਵੀ ਹੋਵੇ। ਤਾਂ ਉਸ ਟਾਈਮ CNG ਜਿਹੜੀ ਹੈਗੀ ਆ ਯੂਜ਼ ਕਰਨਾ ਸਟਾਰਟ ਕੀਤਾ। ਸੋ CNG ਦੀ ਫੁੱਲ ਫਾਰਮ ਕੀ ਹੈਗੀ ਆ? ਕੰਪਰੈਸਡ ਨੈਚੁਰਲ ਗੈਸ। ਤੁਸੀਂ ਦੇਖੋਗੇ ਉੱਥੇ ਦੀਆਂ ਮੋਸਟਲੀ ਬੱਸਿਸ, ਈਵਨ ਤੁਸੀਂ ਦੇਖੋ ਚੰਡੀਗੜ੍ਹ ਦੇ ਵਿੱਚ ਵੀ ਤੁਹਾਨੂੰ ਗ੍ਰੀਨ ਕਲਰ ਦੀਆਂ ਬੱਸਿਸ ਨਜ਼ਰ ਆਉਣਗੀਆਂ। ਸੋ CNG ਹੁੰਦਾ ਉਹਦੇ ਵਿੱਚ। CNG ਕੀ ਹੈ? ਕੰਪਰੈਸਡ ਨੈਚੁਰਲ ਗੈਸ। ਬੇਟਾ ਇਹ ਗੈਸ ਦੀ ਫਾਰਮ ਦੇ ਵਿੱਚ ਫਿਊਲ ਆ। ਪੈਟਰੋਲ ਡੀਜ਼ਲ ਦੇ ਵਿੱਚ ਅਡਲਟ੍ਰੇਸ਼ਨ ਹੋ ਸਕਦੀ ਆ, ਉਹਦੇ ਵਿੱਚ ਕੁਛ ਨਾ ਕੁਛ ਮਿਕਸਿੰਗ ਕਰ ਸਕਦੇ ਨੇ, ਬਟ CNG 'ਚ ਮਿਕਸਿੰਗ ਕਰਨੀ ਈਜ਼ੀ ਨਹੀਂ ਹੈਗੀ। ਤਾਂ CNG ਜਿਹੜਾ ਹੈਗਾ ਇੱਕ ਅੱਛਾ ਸੋਰਸ ਰਿਹਾ ਫਿਊਲ ਦਾ, ਜਿਹੜਾ ਅੱਜ ਕੱਲ੍ਹ ਬੱਸਿਸ ਦੇ ਵਿੱਚ ਉੱਥੇ ਯੂਜ਼ ਹੁੰਦਾ, ਰਾਈਟ? ਸੋ ਇਸੇ ਤਰ੍ਹਾਂ ਇਹਦੇ ਵਿੱਚ ਨੈਕਸਟ ਇੱਕ ਹੋਰ ਚੀਜ਼ ਇੰਟਰਸਟਿੰਗ ਐਡ ਹੋਈ, that is noise। ਬੇਟਾ ਨੋਇਸ ਨੂੰ ਪਹਿਲਾਂ ਸੈਪਰੇਟਲੀ ਲਿਆ ਜਾਂਦਾ ਸੀ, ਨੋਇਸ ਪੋਲਿਊਸ਼ਨ, ਪਰ ਹੁਣ ਇਹਨੂੰ ਕਿਹਦੇ ਵਿੱਚ ਕੰਬਾਈਨ ਕਰ ਲਿਆ? ਏਅਰ ਪੋਲਿਊਸ਼ਨ ਦੇ ਵਿੱਚ ਹੀ ਇਹਨੂੰ ਇਨਕਲੂਡ ਕਰਦੇ ਨੇ। ਕਿਉਂਕਿ ਅਗਰ ਤੁਸੀਂ ਦੇਖੋ ਕਿ ਮੇਨਲੀ ਨੋਇਸ ਦਾ ਸੋਰਸ ਵੀ ਕੀ ਹੁੰਦੇ ਨੇ? ਵਹੀਕਲਸ ਹੁੰਦੇ ਨੇ, ਰਾਈਟ? ਜਾਂ ਤੁਸੀਂ ਦੇਖੋ ਫੈਕਟਰੀਜ਼ ਦੇ ਵਿੱਚ ਚੱਲਣ ਵਾਲੀਆਂ ਮਸ਼ੀਨਰੀ ਜਿਹੜੀ ਆ, ਦੈਟ ਕਾਜ਼ ਨੋਇਸ ਪੋਲਿਊਸ਼ਨ, ਰਾਈਟ? ਨੋਇਸ ਜਿਹੜੀ ਹੈ that is, underline this definition please, noise is undesirable high level sound, ਜਿਹੜੀ ਸਾਊਂਡ ਸਾਨੂੰ ਪਸੰਦ ਨਹੀਂ ਹੈਗੀ, ਠੀਕ ਆ? that sound is known as noise। ਤੇ noise ਜਿਹੜੀ ਹੈ ਬੱਚੇ, ਇਹ ਕਿੱਥੇ ਅਫੈਕਟ ਕਰ ਰਹੀ ਆ? ਸਾਡੇ ਸਾਈਕੋਲੋਜੀਕਲੀ ਵੀ ਸਾਨੂੰ ਅਫੈਕਟ ਕਰ ਰਹੀ ਆ, ਫਿਜ਼ੀਕਲੀ ਵੀ ਸਾਨੂੰ ਅਫੈਕਟ ਕਰ ਰਹੀ ਆ। ਕਈ ਤਰ੍ਹਾਂ ਦੀ ਸਾਨੂੰ ਪ੍ਰੋਬਲਮਸ ਇਹਦੇ ਨਾਲ, ਤੁਸੀਂ ਦੇਖੋ ਹੈਡੇਕ ਹੋਣੀ ਸਟਾਰਟ ਹੋ ਜਾਂਦੀ ਆ, ਨੌਜ਼ੀਆ ਫੀਲਿੰਗ, ਈਵਨ ਸਿਕਨੈਸ ਫੀਲ ਹੁੰਦੀ ਆ ਇਹਦੇ ਕਰਕੇ। ਜਿਹੜੇ ਨੋਇਸ ਆ ਬੇਟਾ, ਉਹਨੂੰ ਅਸੀਂ ਮੈਜ਼ਰ ਕਰਦੇ ਹਾਂ ਡੈਸੀਬਲ ਦੇ ਵਿੱਚ, DB, ਇਹਦਾ ਸਮਾਲ d ਐਂਡ B ਯੂਨਿਟ ਹੁੰਦਾ ਡੈਸੀਬਲ। ਮੋਸਟਲੀ ਜਿਹੜੀ ਅਸੀਂ ਸਾਊਂਡ ਬੀਅਰ ਕਰ ਪਾਉਂਦੇ ਹਾਂ ਦੈਟ ਇਜ਼ 80 ਡੈਸੀਬਲ ਤੱਕ ਬੀਅਰ ਕਰ ਪਾਉਂਦੇ ਹਾਂ। ਜੇ ਇਸ ਤੋਂ ਹਾਈ ਸਾਊਂਡ ਹੋਵੇ, ਉਹ ਸਾਊਂਡ ਸਾਡੇ ਬੋਡੀ ਬੀਅਰ ਨਹੀਂ ਕਰ ਪਾਉਂਦੀ ਹੈਗੀ। ਜਿਵੇਂ 150 ਇੱਥੇ ਡੈਸੀਬਲ ਸ਼ੋ ਕੀਤਾ ਹੋਇਆ, ਮੋਸਟਲੀ ਇੰਨਾ ਹਾਈ ਪਿਚ ਜਿਵੇਂ ਰੌਕਟਸ ਜਾਂ
ਪਲੇਨਸ ਵਗੈਰਾ ਚੱਲਦੇ ਨੇ, ਈਵਨ ਡਿਊਰਿੰਗ ਦੀਵਾਲੀ ਕ੍ਰੈਕਰਸ ਬਰਨ ਕਰਦੇ ਨੇ, ਤਾਂ ਉਹ ਜਿਹੜੀ ਸਾਊਂਡ ਹੁੰਦੀ ਆ ਬੜੀ ਹਾਈ ਪਿਚ ਦੀ ਸਾਊਂਡ ਹੁੰਦੀ ਆ, ਉਹਦਾ ਜਿਹੜਾ ਡੈਸੀਬਲ ਆ ਬਹੁਤ ਹਾਈ ਰੇਂਜ ਦਾ ਹੁੰਦਾ। ਸੋ ਮੋਰ ਦੈਨ 80 ਡੈਸੀਬਲ ਆ ਜਿਹੜੀ ਸਾਡੀ ਬੋਡੀ ਬੀਅਰ ਨਹੀਂ ਕਰ ਪਾਉਂਦੀ, ਉਹਦੇ ਕਰਕੇ ਸਾਨੂੰ ਹਾਰਟ ਦੀ ਪ੍ਰੋਬਲਮ ਹੋ ਸਕਦੀ ਆ, ਸਾਡੇ ਹੋਰ ਬਹੁਤ ਸਾਰੇ ਹੈਲਥ ਦੇ ਇਸ਼ੂ ਹੋ ਸਕਦੇ ਨੇ, ਈਵਨ ਸਾਡਾ ਈਅਰ ਡਰਮ ਡੈਮੇਜ ਹੋ ਸਕਦਾ, ਰਾਈਟ। ਸਾਨੂੰ ਸਲੀਪਿੰਗ ਸਿਕਨੈਸ ਹੋ ਸਕਦੀ ਹੈ, ਸਾਨੂੰ ਪ੍ਰੋਪਰ ਨੀਂਦ ਨਹੀਂ ਆਊਗੀ। ਤੁਸੀਂ ਦੇਖੋ ਦੀਵਾਲੀ ਦੇ ਡੇਜ਼ ਦੇ ਵਿੱਚ ਕਈ ਵਾਰ ਐਨੀਮਲਸ ਵਗੈਰਾ ਜਿਹੜੇ ਨੇ ਉਹ ਬੜੇ ਜ਼ਿਆਦਾ ਬੇਚੈਨ ਹੋ ਜਾਂਦੇ ਨੇ, ਕਿਉਂਕਿ ਕ੍ਰੈਕਰਸ ਦੀ ਸਾਊਂਡ ਉਹਨਾਂ ਨੂੰ ਬਹੁਤ ਡਿਸਟਰਬ ਕਰ ਰਹੀ ਹੁੰਦੀ ਆ। ਸੋ ਇਹ ਸਾਰਾ ਜਿਹੜਾ ਹੈਗਾ ਇਹ ਕਿਹਦੇ ਵਿੱਚ ਆਪਾਂ ਨੇ ਇਨਕਲੂਡ ਕਰ ਲੈਣਾ, ਏਅਰ ਪੋਲਿਊਸ਼ਨ ਦੇ ਵਿੱਚ। ਠੀਕ ਹੈ ਬੇਟਾ, ਅੱਜ ਆਪਾਂ ਸਿਰਫ ਅਪ ਟੂ ਏਅਰ ਪੋਲਿਊਸ਼ਨ ਕਰਾਂਗੇ, ਨੈਕਸਟ ਵੀ ਵਿਲ ਡੂ tomorrow. Okay beta, thank you for listening. Thanks, have a nice day.